ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਸੰਤੋ ਇਹਾ ਬਤਾਵਹੁ ਕਾਰੀ, ਜਿਤ ਹੋਮੈ ਗਰਭ ਨਿਵਾਰੀ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਬਹੁਤ ਹੀ ਪਾਵਨ ਪਵਿੱਤਰ ਧਰਤੀ ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ, ਉਹਨਾਂ ਦੇ ਅਵਤਾਰ ਦਿਹਾੜੇ ਨੂੰ ਆਪਾਂ ਮਨਾਉਣ ਵਾਸਤੇ, ਉਹਨਾਂ ਦੇ ਜਿੱਥੇ ਅਵਤਾਰ ਹੋਇਆ ਹੈ ਉਹਨਾਂ ਦੇ ਗ੍ਰਹਿ ਵਿਖੇ ਆਪਾਂ ਸਾਰੀਆਂ ਸੰਗਤਾਂ ਹਾਜ਼ਰੀ ਭਰਨ ਵਾਸਤੇ ਇਕੱਤਰ ਹੋਏ ਹਾਂ। ਸੋ ਵਿਚਾਰ ਚੱਲ ਰਹੀ ਸੀ, ਜੋ ਸਾਡੇ ਗੁਰੂਦੇਵ ਬਾਬਾ ਗੇਜਾ ਸਿੰਘ ਜੀ, ਜੋ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਨੂੰ ਹਉਮੈ ਦੇ ਪਰਥਾਏ ਬਚਨ ਸੁਣਾ ਰਹੇ ਸਨ। ਸੋ ਗੁਰਮੁਖ ਪਿਆਰਿਓ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਦੀ ਵਿਚਾਰ ਕਰਦੇ ਹਾਂ, ਸਾਨੂੰ ਬਹੁਤ ਗੁਰਬਾਣੀ ਦੇ ਵਿੱਚ ਸੋਝੀ ਮਿਲਦੀ ਹੈ। ਜਿਹੜਾ ਮਾਨਸ ਸ਼ਬਦ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਮਾਨਸ ਬੰਦਾ, ਆਪਾਂ ਸਾਰੇ ਨੂੰ ਕਹਿੰਦੇ ਹਾਂ। ਮਾਨਸ ਦਾ ਅਰਥ ਜਦੋਂ ਆਪਾਂ ਸ਼ਬਦ ਕੋਸ਼ ਦੇ ਵਿੱਚ ਪੜ੍ਹਾਂਗੇ, ਇਹਦਾ ਅਰਥ ਹੈ ਵੀ ਮਾਣ ਦੇ ਨਾਲ ਭਰਿਆ ਹੋਇਆ। ਆਖੋ ਸਤਿਨਾਮ। ਮਾਣ ਦੇ ਨਾਲ ਭਰਿਆ ਹੋਇਆ ਮਨੁੱਖ, ਇਹਨੂੰ ਕਹਿੰਦੇ ਨੇ ਮਾਨਸ। ਛੋਟੀ ਛੋਟੀ ਗੱਲ ਤੇ ਇਹ ਹਉਮੈ ਕਰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਹਿੰਦੇ ਜਦੋਂ ਤੇਰੇ 'ਚ ਮੈਂ ਹੈ, ਵੀ ਮੈਂ ਕਰਦਾ, ਕਹਿੰਦੇ ਉਹਨਾਂ ਚਿਰ ਉਹ ਪਰਮਾਤਮਾ ਨਹੀਂ ਆ ਸਕਦਾ। ਜਦੋਂ ਮੈਂ ਮਿਟ ਜਾਂਦੀ ਹੈ, ਉਦੋਂ ਉਹ ਪਰਮਾਤਮਾ ਦਾ ਹਿਰਦੇ ਘਰ ਵਿੱਚ ਵਾਸਾ ਹੁੰਦਾ। ਸੋ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ, ਸਾਰੇ ਨਾਨਕ ਸਰ ਦੇ ਨਾਲ ਪ੍ਰੇਮ ਕਰਨ ਵਾਲੇ, ਭੁੱਚੋ ਸਾਹਿਬ ਦੇ ਨਾਲ ਪ੍ਰੇਮ ਕਰਨ ਵਾਲੇ, ਸਾਰੇ ਹੀ ਸਤ ਸੰਗੀ, ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਕਮਾਈਆਂ ਕਰਨ ਵਾਲੇ, ਸਾਰੇ ਗੁਰਮੁਖ ਪਿਆਰੇ ਹਨ। ਸੋ ਜਦੋਂ ਆਪਾਂ ਨਾਨਕਸਰ ਜਾਂਦੇ ਹਾਂ, ਤੇ ਜਦੋਂ ਜਾ ਕੇ ਸਭ ਤੋਂ ਪਹਿਲਾਂ ਸੱਚਖੰਡ ਦੇ ਵਿੱਚ ਸਾਹਮਣੇ ਮੱਥਾ ਟੇਕਦੇ ਹਾਂ, ਜਿੱਥੇ ਕੀਰਤਨ ਹੁੰਦਾ ਪੂਰਨਮਾਸ਼ੀ ਤੇ ਮੱਥਾ ਟੇਕਣ ਤੋਂ ਪਹਿਲਾਂ ਇੱਕ ਤੁਹਾਨੂੰ ਚੀਜ਼ ਸਾਹਮਣੇ ਦਿਖਾਈ ਦੇਊਗੀ। ਇਹ ਧਿਆਨ ਨਾਲ ਸੁਣਿਓ ਬਚਨ। ਉਹ ਹੈ ਜਿੱਥੇ ਬਾਬਾ ਆਨੰਦ ਸਿੰਘ ਜੀ ਆਪ ਬੈਠਦੇ ਸਨ, ਟੋਆ ਪੁੱਟ ਕੇ। ਹੈ ਨਾ ਬਾਬਾ ਆਨੰਦ ਸਿੰਘ ਜੀ ਦਾ ਆਸਣ। ਉਹ ਕੇਵਲ ਮੱਥਾ ਟੇਕਣ ਵਾਸਤੇ ਨਹੀਂ ਬਣਾਇਆ ਸੋਹਣਾ, ਉਹਦਾ ਵੀ ਕੋਈ ਭਾਵ ਹੈ, ਉਹਦਾ ਕੋਈ ਅਰਥ ਹੈ, ਵੀ ਸੰਗਤਾਂ ਇਸ ਚੀਜ਼ ਦੇ ਦਰਸ਼ਨ ਕਰਕੇ ਸੁਚੇਤ ਹੋ ਜਾਣ। ਉਹਦਾ ਮਤਲਬ ਕੀ ਹੈ? ਜਿਹੜਾ ਪਹਿਲਾ ਟੋਆ ਹੈ, ਜਿੱਥੇ ਬਾਬਾ ਜੀ ਬੈਠ ਕੇ ਕੀਰਤਨ ਸੁਣਿਆ ਕਰਦੇ ਸਨ, ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਹੁਣ ਆਪਾਂ ਉੱਥੇ ਬਹੁਤ ਸੋਹਣਾ ਆਸਣ ਲਾਉਣੇ ਆ, ਸੰਗਤਾਂ ਨਮਸਕਾਰਾਂ ਕਰਦੀਆਂ ਨੇ ਵੀ ਬਾਬਾ ਜੀ ਇਸ ਜਗ੍ਹਾ ਤੇ ਬੈਠਦੇ ਸਨ। ਉਹ ਟੋਏ ਦਾ ਮਤਲਬ ਆਪਾਂ ਨੂੰ ਉਹ ਸੁਚੇਤ ਕਰਦਾ, ਗਿਆਨ ਦਿੰਦਾ। ਕੀ ਦਿੰਦਾ? ਕਹਿੰਦੇ ਜੇ ਤੂੰ ਸਾਹਮਣੇ ਸੱਚਖੰਡ ਦੇ ਵਿੱਚ ਆਪਦੀ ਬੇਨਤੀ ਪ੍ਰਵਾਨ ਕਰਨੀ ਹੈ, ਸੱਚਖੰਡ ਦੇ ਵਿੱਚ ਰੱਬ ਦੇ ਦਰਸ਼ਨ ਕਰਨੇ ਨੇ, ਗੁਰੂ ਨਾਨਕ ਸਾਹਿਬ ਦੇ, ਕਹਿੰਦੇ ਪਹਿਲਾਂ ਇਸ ਟੋਏ ਵੱਲੀ ਝਾਕ ਵੀ ਕਿੰਨੀ ਬਾਬਾ ਆਨੰਦ ਸਿੰਘ ਜੀ ਨਿਮਰਤਾ ਰੱਖਦੇ ਸਨ, ਕਿੰਨੇ ਨੀਵੇਂ ਹੋ ਕੇ ਬੈਠਦੇ ਸਨ। ਕਹਿੰਦੇ ਇੰਨਾ ਨੀਵਾਂ ਹੋ ਕੇ ਪਰਮਾਤਮਾ ਦੇ ਦਰ ਤੇ ਜਾ, ਅੱਗੇ ਜਾ ਕੇ ਸੱਚਖੰਡ ਹੈ। ਪਹਿਲਾਂ ਬਾਬਾ ਜੀ ਦਾ ਉਹ ਆਸਣ ਹੈ, ਜਿੱਥੇ ਟੋਆ ਸਾਹਮਣੇ ਸੱਚਖੰਡ ਹੈ। ਕਹਿੰਦੇ ਉਹ ਟੋਏ ਵੱਲੀ ਦੇਖ ਕੇ, ਉਹ ਆਸਣ ਵੱਲੀ ਦੇਖ ਕੇ ਆਪਣੇ ਮਨ ਨੂੰ ਗਿਆਨ ਦੇ। ਕਹਿੰਦੇ ਅੱਗੇ ਤਾਂ ਹੀ ਪ੍ਰਵਾਨ ਹੋਏਗਾ ਜੇ ਇੰਨੀ ਨਿਮਰਤਾ ਦੇ ਵਿੱਚ ਆਏਗਾ।
ਸੋ ਨਿਮਰਤਾ ਦੇ ਨਾਲ ਹੀ ਜੇ ਆਪਾਂ ਸਾਰੇ ਗੁਰੂਆਂ ਦਾ ਇਤਿਹਾਸ ਪੜ੍ਹੀਏ, ਕਹਿੰਦੇ ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂਆਂ ਨੇ ਵੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਗਏ, ਉਹਨਾਂ ਦਾ ਵੀ ਆਪਾਂ ਦਿਹਾੜਾ ਮਨਾ ਰਹੇ ਹਾਂ। ਗੁਰੂ ਸਾਹਿਬ ਜੀ ਬਗਦਾਦ ਦੇ ਵਿੱਚ ਗਏ, ਲੋਕਾਂ ਨੇ ਵੱਟੇ ਮਾਰੇ, ਕਿੰਨਾ ਕੁਛ ਕੀਤਾ ਲੋਕਾਂ ਨੇ, ਪਰ ਗੁਰੂ ਸਾਹਿਬ ਜੀ ਨੇ ਨਿਮਰਤਾ ਰੱਖੀ। ਦੂਸਰੇ ਪਾਤਸ਼ਾਹ ਜੀ ਦੇ ਸਪੁੱਤਰ ਤੁਸੀਂ ਦੇਖ ਲਓ, ਦਾਤੂ ਦਾਸੂ ਜੀ, ਉਹਨਾਂ ਨੇ ਲੱਤਾਂ ਤੱਕ ਵੀ ਮਾਰ ਦਿੱਤੀਆਂ ਤਾਂ ਵੀ ਨਿਮਰਤਾ ਰੱਖੀ। ਗੁਰੂ ਅਮਰਦਾਸ ਜੀ ਨੂੰ ਕਿੰਨੇ ਲੋਕਾਂ ਨੇ ਬੋਲ ਕਬੋਲ ਬੋਲੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕਿੰਨਾ ਕੁਛ ਕਿਹਾ, ਉਹਨਾਂ ਨੇ ਵੀ ਨਿਮਰਤਾ ਰੱਖੀ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਤਾਂ ਵੀ ਉਹਨਾਂ ਨੇ ਗਰੀਬੀ ਭਾਵ ਨਿਮਰਤਾ ਰੱਖੀ। ਨਿਮਰਤਾ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ। ਇੱਕ ਮਹਾਂਪੁਰਖ ਜੋ ਆਪਣੇ ਡੇਰੇ ਦੇ ਵਿੱਚ ਰਿਹਾ ਕਰਦੇ ਸਨ, ਉਹ ਬੱਚਿਆਂ ਨੂੰ ਧਾਰਮਿਕ ਗ੍ਰੰਥ ਪੜ੍ਹਾਉਂਦੇ ਸਨ, ਸੰਸਕ੍ਰਿਤੀ ਪੜ੍ਹਾਇਆ ਕਰਦੇ ਸਨ। ਬਹੁਤ ਹੀ ਦੂਰ ਅੰਦੇਸੀ ਵਾਲੇ ਮਹਾਂਪੁਰਖ ਬ੍ਰਹਮਵੇਤਾ ਸਨ। ਪੜ੍ਹਾਉਂਦਿਆਂ ਪੜ੍ਹਾਉਂਦਿਆਂ ਉਹਨਾਂ ਦੀ ਉਮਰ ਜਿਹੜੀ ਅੱਗੇ ਜਾ ਰਹੀ ਹੈ। ਹੁਣ ਉਹਨਾਂ ਨੂੰ ਪਤਾ ਲੱਗ ਗਿਆ, ਬਿਰਧ ਅਵਸਥਾ 'ਚ ਚਲੇ ਗਏ, ਪਤਾ ਲੱਗ ਗਿਆ ਮਹਾਂਪੁਰਖਾਂ ਨੂੰ ਵੀ ਹੁਣ ਅਸੀਂ ਜ਼ਿਆਦਾ ਦੇਰ ਤੱਕ ਨਹੀਂ ਰਹਿਣਾ, ਬਸ ਥੋੜ੍ਹੇ ਦਿਨਾਂ ਦੀ ਗੱਲ ਹੈ, ਇਹ ਹੁਣ ਗੰਢ ਟੁੱਟ ਜਾਣੀ ਹੈ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਚਲੇ ਜਾਣਾ ਹੈ, ਇੱਕ ਦਿਨ ਉਹਨਾਂ ਨੇ ਸਾਰੇ ਹੀ ਜਿਹੜੇ ਸੇਵਾਦਾਰ 20-25 ਸੇਵਾਦਾਰ ਉਹਨਾਂ ਕੋਲੇ ਪੜ੍ਹਾਈ ਕਰਦੇ ਸਨ, ਬ੍ਰਹਮ ਵਿਦਿਆ ਪੜ੍ਹਦੇ ਸਨ, ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਸੰਤ ਆਪਣੇ ਆਸਨ ਤੇ ਬੈਠੇ ਨੇ। ਜਦੋਂ ਸਾਰੇ ਸੇਵਾਦਾਰ ਮਹਾਂਪੁਰਖਾਂ ਦੇ ਕੋਲ ਆ ਕੇ ਬੈਠ ਗਏ ਤੇ ਮਹਾਂਪੁਰਖ ਬਚਨ ਸੁਣਾਉਣ ਲੱਗੇ। ਸਾਡੇ ਬਾਬਾ ਜੀ ਸਤਿਕਾਰਯੋਗ ਬਾਬਾ ਗੇਜਾ ਸਿੰਘ ਜੀ, ਇਹ ਵੀ ਸਾਰੇ ਜਿੰਨੇ ਵੀ ਇਹਨਾਂ ਦੇ ਬਹਿੰਗਮ ਨੇ, ਸੇਵਾਦਾਰ ਨੇ, ਸਾਨੂੰ ਇਹਨਾਂ ਨੇ ਕੋਲ ਬਿਠਾ ਬਿਠਾ ਕੇ ਬਾਬਾ ਜੀ ਦੇ ਬਚਨ, ਗੁਰਬਾਣੀ ਦੀ ਸਿੱਖਿਆ, ਗੁਰਮਤਿ ਦੀ ਪੜ੍ਹਾਈ ਕਰਵਾਉਂਦੇ ਸਨ ਵੀ ਭਾਈ ਇਸ ਤਰ੍ਹਾਂ ਤੁਸੀਂ ਵਿਚਰਨਾ ਹੈ, ਇਸ ਤਰ੍ਹਾਂ ਬੈਠਣਾ, ਚੱਲਣਾ, ਬੋਲਣਾ, ਸਾਰੀਆਂ ਚੀਜ਼ਾਂ ਇਹ ਸਿਖਾਉਂਦੇ ਸਨ। ਸੋ ਜਦੋਂ ਉਹ ਸਾਰੇ ਸੇਵਾਦਾਰ ਮਹਾਂਪੁਰਖਾਂ ਦੇ ਕਮਰੇ 'ਚ ਆ ਗਏ ਆਸਣ ਤੇ, ਉਹਨਾਂ ਨੇ ਦੇਖ ਲਿਆ ਵੀ ਸਾਰੇ ਪਹੁੰਚ ਗਏ ਨੇ ਕੋਲ, ਤੇ ਮਹਾਂਪੁਰਖਾਂ ਨੇ ਬੜੇ ਪਿਆਰ ਦੇ ਨਾਲ ਬੋਲਣਾ ਸ਼ੁਰੂ ਕੀਤਾ। ਜਿਹੜਾ ਉਹਨਾਂ ਦਾ ਮੇਨ ਸੇਵਾਦਾਰ ਸੀ, ਜਿਵੇਂ ਬਾਬਾ ਜੀ ਦਾ ਮੁੱਖ ਸੇਵਾਦਾਰ ਬਾਬਾ ਭਾਗ ਸਿੰਘ ਜੀ ਨੇ, ਤੇ ਉਹਨਾਂ ਨੂੰ ਉਹ ਸੇਵਾਦਾਰ ਜਿਹੜਾ ਮੇਨ ਸੀ ਉਹਨੂੰ ਪੁੱਛਣ ਲੱਗੇ ਉਹ ਮਹਾਂਪੁਰਖ, ਕਹਿੰਦੇ ਪੁੱਤ ਆਪਦਾ ਉਹਨਾਂ ਨੇ ਮੂੰਹ ਖੋਲ ਲਿਆ, ਥੋੜਾ ਜਿਹਾ ਮੂੰਹ ਖੋਲਿਆ ਤੇ ਮੂੰਹ ਖੋਲ ਕੇ ਕਹਿਣ ਲੱਗੇ, ਕਹਿੰਦੇ ਪੁੱਤ ਵੇਖ ਵੀ ਮੇਰੇ ਮੂੰਹ ਦੇ ਵਿੱਚ ਦੰਦ ਹੈਗੇ ਆ ਕਿ ਨਹੀਂ। ਮੈਂ ਨਿਮਰਤਾ ਦੀ ਗੱਲ ਕਰ ਰਿਹਾ ਬਈ ਦੰਦ ਹੈਗੇ ਆ ਕਿ ਨਹੀਂ ਮੇਰੇ ਮੂੰਹ 'ਚ। ਉਹ ਸੇਵਾਦਾਰ ਨੇ ਧਿਆਨ ਦੇ ਨਾਲ ਦੇਖਿਆ, ਦੇਖ ਕੇ ਕਹਿਣ ਲੱਗਾ ਪਿਆਰ ਵਿੱਚ, ਕਹਿੰਦਾ ਬਾਬਾ ਜੀ ਦੰਦ ਤਾਂ ਤੁਹਾਡੇ ਮੂੰਹ ਦੇ ਵਿੱਚ ਇੱਕ ਵੀ ਨਹੀਂ ਰਿਹਾ, ਸਾਰੇ ਦੰਦ ਜਿਹੜੇ ਨੇ ਉਹ ਨਿਕਲ ਗਏ ਨੇ, ਤੁਹਾਡੀ ਉਮਰ ਬਹੁਤ ਹੋ ਗਈ ਆ। ਕਹਿੰਦੇ ਠੀਕ ਆ। 2 ਮਿੰਟ ਚੁੱਪ ਰਹੇ। 2 ਮਿੰਟਾਂ ਬਾਅਦ ਉਹ ਸੰਤਾਂ ਨੇ ਫੇਰ ਥੋੜਾ ਜਿਹਾ ਮੂੰਹ ਖੋਲਿਆ, ਮੂੰਹ ਅੱਡ ਕੇ ਪਤਾ ਕਹਿਣ ਲੱਗੇ, ਕਹਿੰਦੇ ਪੁੱਤ ਦੇਖ ਮੇਰੇ ਮੂੰਹ ਦੇ ਵਿੱਚ ਜੀਭ ਹੈਗੀ ਆ ਕਿ ਨਹੀਂ। ਉਹ ਸੇਵਾਦਾਰ ਨੇ ਫੇਰ ਧਿਆਨ ਨਾਲ ਦੇਖਿਆ, ਦੇਖ ਕੇ ਕਹਿੰਦਾ ਬਾਬਾ ਜੀ ਗੁਰੂਦੇਵ ਤੁਹਾਡੀ ਜੀਭ ਤਾਂ ਸਹੀ ਸਲਾਮਤ ਹੈ, ਇਹਨੂੰ ਕੁਛ ਨਹੀਂ ਹੋਇਆ, ਇਹ ਬਿਲਕੁਲ ਠੀਕ ਹੈ। ਸੰਤ ਚੁੱਪ ਕਰ ਗਏ। ਚੁੱਪ ਕਰਕੇ ਫੇਰ ਥੋੜੇ ਚਿਰ ਬਾਅਦ ਬੋਲੇ। ਸਾਰੇ ਸੇਵਾਦਾਰਾਂ ਨੂੰ ਕਹਿਣ ਲੱਗੇ, ਕਹਿੰਦੇ ਵੀ ਇਹ ਕੀ ਕਾਰਨ, ਵੀ ਜੀਭ ਤਾਂ ਮੇਰੀ ਸਹੀ ਸਲਾਮਤ ਹੈ, ਦੰਦ ਮੇਰੇ ਮੂੰਹ ਦੇ ਵਿੱਚ ਇੱਕ ਵੀ ਨਹੀਂ ਰਿਹਾ, ਤੇ ਕਹਿੰਦੇ ਦੰਦ ਸਾਡੇ ਬਾਅਦ ਦੇ ਵਿੱਚ ਆਏ। ਜੀਭ ਕਹਿੰਦੇ ਜਦੋਂ ਮੈਂ ਜਨਮ ਲਿਆ ਸੀ
ਉਦੋਂ ਨਾਲ ਹੀ ਕਹਿੰਦੇ ਜੀਭ ਤਾਂ ਨਾਲ ਹੀ ਇਹਨੇ ਜਨਮ ਲੈ ਲਿਆ ਸੀ। ਕਹਿੰਦੇ ਦੰਦ ਤਾਂ ਬਾਅਦ ਦੇ ਵਿੱਚ, ਜਦੋਂ ਬੱਚਾ ਜਨਮ ਲੈਂਦਾ ਤੇ ਦੰਦ ਤਾਂ ਬਾਅਦ ਦੇ ਵਿੱਚ ਆਉਂਦੇ ਨੇ। ਕਹਿੰਦੇ ਦੰਦ ਬਾਅਦ ਦੇ ਵਿੱਚ ਆਏ, ਜੀਭ ਪਹਿਲਾਂ ਆਈ, ਤੇ ਦੰਦਾਂ ਦੀ ਉਮਰ ਛੋਟੀ ਹੈ, ਉਹ ਕਿਉਂ ਚਲੇ ਗਏ? ਜੀਭ ਕਿਉਂ ਨਹੀਂ ਗਈ? ਕਿਉਂ ਬਚਨ ਕਰ ਰਹੇ ਆ? ਕਹਿੰਦੇ ਬਾਬਾ ਜੀ ਇਹਦੇ ਬਾਰੇ ਤਾਂ ਸਾਨੂੰ ਪਤਾ ਨਹੀਂ, ਤੁਸੀਂ ਕਿਰਪਾ ਕਰਕੇ ਦੱਸੋ। ਜਾਣਦੇ ਸਭ ਕੁਝ ਸਨ। ਇੱਕ ਸੇਵਾਦਾਰਾਂ ਨੂੰ ਉਹਨਾਂ ਨੇ ਆਪਦੇ ਸਤਸੰਗੀਆਂ ਨੂੰ ਸਮਝਾਉਣਾ ਸੀ, ਨਿਮਰਤਾ ਦੀ ਉਹ ਗੱਲ ਕਰ ਰਹੇ ਸਨ। ਕਹਿੰਦੇ ਦੇਖੋ ਜਿਹੜੇ ਦੰਦ ਨੇ ਨਾ, ਕਹਿੰਦੇ ਤਾਂ ਪਹਿਲਾਂ ਚਲੇ ਗਏ। ਕਹਿੰਦੇ ਇਹ ਕਠੋਰ ਹੈ, ਕਠੋਰ। ਕਹਿੰਦੇ ਜਿਹੜੀ ਕਠੋਰਤਾ ਹੁੰਦੀ ਹੈ ਉਹ ਅਲਪ ਜੀਵੀ ਹੈ, ਉਹ ਜ਼ਿਆਦਾ ਚਿਰ ਨਹੀਂ ਚੱਲਦੀ। ਜਿਹੜੀ ਕਠੋਰ ਚੀਜ਼ ਹੁੰਦੀ ਆ, ਦੇਖੋ ਤੁਸੀਂ ਦੇਖ ਲਓ ਵੀ ਕੱਚ ਦਾ ਗਲਾਸ ਆ, ਉਹ ਕਠੋਰ ਹੈ, ਥੱਲੇ ਸਿੱਟ ਦਿਓ ਨਾਲ ਦੀ ਨਾਲ ਹੀ ਟੁਕੜੇ ਹੋ ਜਾਂਦਾ। ਹੋਰ ਕਈ ਸਖਤ ਚੀਜ਼ਾਂ ਨੇ, ਇੱਕਦਮ ਉਹ ਟੁੱਟ ਜਾਂਦੀਆਂ, ਕੋਈ ਜ਼ੋਰ ਦੀ ਚੀਜ਼ ਵੱਜ ਜੇ। ਤੇ ਉਹ ਕਹਿਣ ਲੱਗੇ ਵੀ ਇਹ ਕਠੋਰ ਹੈ, ਦੰਦ ਕਠੋਰ ਹਨ, ਇਸ ਕਰਕੇ ਕਹਿੰਦੇ ਅਲਪ ਜੀਵੀ ਨੇ, ਇਹਨਾਂ ਦੀ ਉਮਰ ਥੋੜੀ ਹੈ, ਪਹਿਲਾਂ ਚਲੇ ਗਏ। ਕਹਿੰਦੇ ਜਿਹੜੀ ਜੀਭ ਹੈ ਇਹ ਕੋਮਲ ਹੈ, ਕੋਮਲ। ਤੇ ਕਹਿੰਦੇ ਕੋਮਲਤਾ ਜਿਹੜੀ ਹੈ ਇਹ ਚਰਨਜੀਵੀ ਹੈ। ਆਖੋ ਸਤਨਾਮ। ਕਹਿੰਦੇ ਕੋਮਲਤਾ ਚਰਨਜੀਵੀ ਹੈ, ਇਹ ਤਾਂ ਕਰਕੇ ਕਹਿੰਦੇ ਹਜੇ ਜੀਵਤ ਹੈ। ਸੋ ਜਿਹੜੀ ਨਿਮਰਤਾ ਹੈ, ਜੇ ਆਪਾਂ ਸੇਵਾ ਸਿਮਰਨ ਬੰਦਗੀ ਸਭ ਕੁਝ ਕਰਦੇ ਹਾਂ, ਆਪਣੇ ਕੋਲੇ ਅਨੇਕਾਂ ਗੁਣ ਨੇ, ਜੇ ਇੱਕ ਨਿਮਰਤਾ ਦਾ ਗੁਣ ਨਾ ਆਇਆ ਤੇ ਬਾਕੀ ਸਾਰੇ ਗੁਣ ਫੇਲ ਨੇ, ਉਹ ਫਿਰ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਜਿਸ ਘਰ ਦੇ ਨਾਲ ਆਪਾਂ ਜੁੜੇ ਹੋਏ ਆ, ਨਾਨਕਸਰ ਦੇ ਵਿੱਚੋਂ ਸਾਨੂੰ ਸਭ ਤੋਂ ਵੱਡੀ ਸਿੱਖਿਆ ਹੀ ਇਹ ਮਿਲਦੀ ਆ। ਜਦੋਂ ਪੂਰਨਮਾਸ਼ੀ ਤੇ ਹਰ ਪੂਰਨਮਾਸ਼ੀ ਤੇ ਸੰਗਤਾਂ ਨੂੰ ਬਾਬਾ ਜੀ ਕਹਿੰਦੇ ਹਾਜ਼ਰੀ ਭਰਿਆ ਕਰੋ। ਪੂਰੇ ਇੰਡੀਆ ਤੋਂ ਸੰਗਤਾਂ ਪੂਰਨਮਾਸ਼ੀ ਤੇ ਹਾਜ਼ਰੀਆਂ ਭਰਦੀਆਂ ਨੇ। ਉਸ ਦਿਨ ਫਿਰ ਰਾਗੀ ਸਿੰਘਾਂ ਨੇ ਪੁੱਛਿਆ ਵੀ ਬਾਬਾ ਜੀ ਕਿਹੜਾ ਸ਼ਬਦ ਲਾਇਆ ਕਰੀਏ? ਤੇ ਧੰਨ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਸਾਰ ਸਾਰਾ ਹੰਕਾਰ ਦੇ ਨਾਲ ਭਰਿਆ ਹੈ, ਮੇਰੀ ਮੇਰੀ ਦੇ ਨਾਲ ਭਰਿਆ ਪਿਆ। ਕਹਿੰਦੇ ਜਦੋਂ ਸੰਗਤਾਂ ਵਾਪਸ ਜਾਂਦੀਆਂ ਨੇ, ਕਹਿੰਦੇ ਇਹਨਾਂ ਦੀ ਝੋਲੀ 'ਚ ਨਿਮਰਤਾ ਦਾਨ ਪਾ ਕੇ ਤੋਰਿਆ ਕਰੋ, ਇਹ ਸ਼ਬਦ ਪੜਿਆ ਕਰੋ। ਹੋਂ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਕਹਿੰਦੇ ਗੁਰੂ ਨਾਨਕ ਕੋਲੋਂ ਲੈ ਲਓ ਦਾਤ ਗਰੀਬੀ ਦੀ। ਆਪਾਂ ਸਾਰੇ ਨਾਨਕਸਰ ਦੇ ਸੰਗੀ ਆ। ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਸ਼ਬਦ ਉਦੋਂ ਤੋਂ ਲੈ ਕੇ ਪੜਿਆ ਜਾਂਦਾ ਤਾਂ ਕਿ ਸਾਡੀ ਝੋਲੀ ਦੇ ਵਿੱਚ ਕੋਈ ਨਿਮਰਤਾ ਦਾ ਦਾਨ ਪੈ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ 1 ਮਿੰਟ ਦਾ ਬਚਨ ਸੁਣਾ ਕੇ ਸਮਾਪਤੀ ਕਰਦੇ ਆ। ਬਾਬਾ ਆਨੰਦ ਸਿੰਘ ਜੀ ਦੇ ਕੋਲ 20-25 ਸਿੰਘ ਆਪਣਾ ਇੱਕ ਚਿੱਠੀ ਪੱਤਰ ਲੈ ਕੇ ਆਏ। ਕਹਿੰਦੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇੱਕ ਗੁਰਮਤਿ ਸਮਾਗਮ ਕਰ ਰਹੇ ਆ, ਜਿਹਦੇ ਵਿੱਚ ਅਨੇਕਾਂ ਸੰਪਰਦਾ ਦੇ ਮਹਾਂਪੁਰਖ ਪਹੁੰਚਣੇ ਨੇ, ਜਥੇਦਾਰ ਪਹੁੰਚਣੇ ਨੇ, ਗੁਣੀ ਗਿਆਨੀ ਨੇ, ਸੰਗਤਾਂ ਸਾਰੇ ਇਲਾਕੇ ਦੀਆਂ ਇਕੱਠੀਆਂ ਹੋ ਰਹੀਆਂ ਨੇ। ਤੇ ਬਾਬਾ ਜੀ ਨੂੰ ਵੀ ਉਹ ਪਿਆਰ ਵਿੱਚ ਸੱਦਾ ਪੱਤਰ ਦੇਣ ਵਾਸਤੇ ਆਏ ਵੀ ਬਾਬਾ ਆਨੰਦ ਸਿੰਘ ਜੀ ਵੀ ਇਸ ਪ੍ਰੋਗਰਾਮ ਦੇ ਵਿੱਚ ਜਾ ਕੇ ਸ਼ਿਰਕਤ ਕਰਨ। ਜਦੋਂ ਸਾਰੇ ਜਾਣੇ ਬਾਬਾ ਜੀ ਦੇ ਕੋਲ ਆਏ, ਆ ਕੇ ਦਰਸ਼ਨ ਕੀਤੇ, ਤੇ ਬਾਬਾ ਜੀ ਨੇ ਕਹਿਣ ਲੱਗੇ ਭਾਈ ਕਿੱਥੋਂ ਆਈ ਆ ਸੰਗਤ? ਕਹਿਣ ਲੱਗੇ ਜੀ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਆ, ਦਰਬਾਰ ਸਾਹਿਬ ਤੋਂ। ਬਾਬਾ ਜੀ ਕਹਿੰਦੇ ਧੰਨ ਭਾਗ ਭਾਈ, ਤੁਸੀਂ ਗੁਰੂ ਕੀ ਨਗਰੀ ਤੋਂ ਸਾਡੇ ਕੋਲੇ ਆਏ ਆ। ਕਹਿੰਦੇ ਗੁਰੂ ਕੇ ਨਗਰੀ ਦੇ ਕੁੱਤਿਆਂ ਦੇ ਵਿੱਚ ਵੀ ਸ਼ਕਤੀ ਆ। ਬਹੁਤ ਪਿਆਰ ਦੇ ਬਚਨ ਅੰਮ੍ਰਿਤਸਰ ਵਾਲੇ ਕੀਤੇ ਬਾਬਾ ਜੀ ਨੇ। ਕਹਿੰਦੇ ਕਿਵੇਂ ਦਰਸ਼ਨ ਦਿੱਤੇ? ਇੱਕ ਸਿੰਘ ਜਿਹੜਾ ਮੂਹਰੇ ਜਥੇਦਾਰ ਬਣ ਕੇ ਆਇਆ ਸੀ, ਉਹ ਜਿਹੜਾ ਸੱਦੇ ਪੱਤਰ ਦੀ ਚਿੱਠੀ ਸੀ, ਕਾਰਡ ਸੀ, ਉਹ ਬਾਬਾ ਜੀ ਦੇ ਅੱਗੇ ਕਰਤਾ। ਕਹਿੰਦੇ ਬਾਬਾ ਜੀ ਸਾਡੇ ਉੱਥੇ ਮਹਾਂਪੁਰਖ ਨੇ, ਬਹੁਤ ਵੱਡਾ ਕਹਿੰਦੇ ਸੰਗਤਾਂ ਦੇ ਸੰਯੋਗ ਨਾਲ ਇੱਕ ਅਸੀਂ ਗੁਰਮਤਿ ਸਮਾਗਮ ਕਰਨ ਲੱਗੇ ਆ, ਤੇ ਆਪ ਜੀ ਵੀ ਉੱਥੇ ਜ਼ਰੂਰ ਦਰਸ਼ਨ ਦਿਓ। ਬਾਬਾ ਜੀ ਨੇ ਉਹ ਕਾਰਡ ਫੜਿਆ, ਫਿਰ ਬਚਨ ਕਰਨ ਲੱਗੇ।
ਕਹਿੰਦੇ ਭਾਈ ਜੀ ਆਇਆਂ ਨੂੰ, ਧੰਨ ਭਾਗ ਵੀ ਮਹਾਂਪੁਰਖਾਂ ਨੇ ਯਾਦ ਕੀਤਾ, ਸੰਗਤਾਂ ਨੇ ਯਾਦ ਕੀਤਾ, ਪਰ ਕਹਿੰਦੇ ਸਾਡਾ ਰੋਜ਼ਾ ਰੱਖਿਆ ਹੈ, ਸਾਨੂੰ ਹੁਕਮ ਨਹੀਂ ਹੈ ਵੀ ਇਕੱਠ ਵੱਠ ਦੇ ਵਿੱਚ ਜਾਣ ਦਾ, ਜਿੱਥੇ ਜ਼ਿਆਦਾ ਇਕੱਠ ਹੋਵੇ। ਸਾਡੀ ਕਹਿੰਦੇ ਇੱਥੋਂ ਹੀ ਹਾਜ਼ਰੀ ਤੁਸੀਂ ਮਨਜ਼ੂਰ ਕਰ ਲੈਣੀ। ਨਿਮਰਤਾ ਨਾਲ ਬਚਨ ਕੀਤੇ ਤੇ ਕਹਿੰਦੇ ਮਨ ਦੇ ਵਿੱਚ ਕੋਈ ਐ ਗੁੱਸਾ ਨਹੀਂ ਕਰਨਾ, ਕੋਈ ਹੋਰ ਮਨ ਦੇ ਵਿੱਚ ਖਿਆਲ ਨਹੀਂ ਲੈ ਕੇ ਆਉਣਾ। ਕਹਿੰਦੇ ਸਾਡੀ ਤਾਂ ਬੇਨਤੀ ਆ, ਰੋਜ਼ਾ ਰੱਖਿਆ ਸੀ, ਜਾ ਨਹੀਂ ਸਕਦੇ। ਉਹ ਬਹੁਤ ਸਿਆਣੇ ਸੀ ਪੁਰਖ, ਮਹਾਂਪੁਰਖਾਂ ਦੇ ਸੰਗੀ ਸੀ। ਕਹਿੰਦੇ ਮਹਾਰਾਜ ਜੀ 7 ਵਚਨ ਅਸੀਂ ਤਾਂ ਹੁਕਮ ਮੰਨ ਕੇ ਆਏ ਆ। ਤੇ ਜਦੋਂ ਵਾਪਸ ਜਾਣ ਲੱਗੇ, ਭੋਰੇ ਦੀਆਂ ਪੌੜੀਆਂ ਚੜ੍ਹ ਕੇ ਵਾਪਸ ਜਾਣ ਲੱਗੇ, ਵਿੱਚ ਤੁਹਾਨੂੰ ਪਤਾ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਸਾਰਿਆਂ ਦੀ ਹਜੇ ਓਨੀ ਅਵਸਥਾ ਨਹੀਂ ਬਣੀ ਹੁੰਦੀ। ਚਾਹੇ ਆਪਾਂ ਗੁਰੂ ਘਰ ਚ ਆਉਣੇ ਆ ਤੇ 1-2 ਬੰਦੇ ਵਿੱਚੋਂ ਬੋਲੇ, ਪੌੜੀਆਂ ਚੜ੍ਹਨ ਲੱਗੇ, ਕਹਿਣ ਲੱਗੇ, ਕਹਿੰਦੇ ਦੇਖੋ ਆਪਾਂ 20-25 ਜਾਣੇ ਇਕੱਠੇ ਹੋ ਕੇ ਆਏ ਆ, ਇੰਨੇ ਪਿਆਰ ਦੇ ਨਾਲ ਪ੍ਰਸ਼ਾਦ ਲਿਆ, ਮਹਾਂਪੁਰਖਾਂ ਨੇ ਆਪਾਂ ਨੂੰ ਭੇਜਿਆ। ਕਹਿੰਦੇ ਸਾਰੇ ਜਿਹੜੇ ਸੰਤਾਂ ਕੋਲੇ ਗਏ ਆ ਤੇ ਸਾਰਿਆਂ ਨੇ ਕਿਹਾ ਵੀ ਅਸੀਂ ਜ਼ਰੂਰ ਆਵਾਂਗੇ, ਜ਼ਰੂਰ ਆਵਾਂਗੇ, ਤੁਸੀਂ ਇੰਨੇ ਜਣੇ ਆਏ ਆ, ਸੰਗਤਾਂ ਨੂੰ ਵਾਪਸ ਥੋੜੀ ਮੋੜਾਂਗੇ। ਕਹਿੰਦੇ ਇਹਨਾਂ ਨੇ ਚੰਗਾ ਨਹੀਂ ਕੀਤਾ, ਇਹਨਾਂ ਨੂੰ ਜਵਾਬ ਨਹੀਂ ਸੀ ਦੇਣਾ ਚਾਹੀਦਾ। ਆਖੋ ਸਤਨਾਮ। ਕਹਿੰਦੇ ਜਵਾਬ ਨਹੀਂ ਸੀ ਦੇਣਾ ਚਾਹੀਦਾ ਤੇ ਆਉਣਾ ਚਾਹੀਦਾ ਸੀ। ਇੰਨੇ ਬੰਦੇ ਆਪਾਂ ਇਕੱਠੇ ਹੋ ਕੇ ਆਏ ਆ। ਉਹ ਥੋੜੀ ਜਿਹੜੀ ਜਦੋਂ ਉਹ ਬੋਲਦੇ ਸੀ ਨਾ ਇਹ ਬਚਨ, ਉਹ ਆਵਾਜ਼ ਬਾਬਾ ਆਨੰਦ ਸਿੰਘ ਜੀ ਦੇ ਕੰਨਾਂ ਤੱਕ ਗਈ ਆਸਣ ਤੇ ਬਾਬਾ ਜੀ ਨੇ ਨਾਲ ਦੀ ਨਾਲ ਸੇਵਾਦਾਰ ਭੇਜਿਆ। ਕਹਿੰਦੇ ਉਹ ਸਿੰਘਾਂ ਨੂੰ ਵਾਪਸ ਬੁਲਾ ਕੇ ਲੈ ਕੇ ਆਓ। ਜਦੋਂ ਵਾਪਸ ਆਏ ਤੇ ਕਹਿੰਦੇ ਭਾਈ ਤੁਹਾਡੇ ਜਿਹੜੇ ਆ ਸਿੰਘ ਕਹਿ ਰਹੇ ਸੀ ਵੀ ਬਾਬਾ ਜੀ ਨੇ ਚੰਗਾ ਨਹੀਂ ਕੀਤਾ, ਜਾਣਾ ਚਾਹੀਦਾ ਸੀ। ਕਹਿੰਦੇ ਬਿਲਕੁਲ ਠੀਕ ਕਹਿ ਰਹੇ ਆ। ਕਹਿੰਦੇ ਗਲਤ ਨਹੀਂ ਕਹਿ ਰਹੇ, ਠੀਕ ਕਹਿ ਰਹੇ ਆ। ਉਹ ਥੋੜੇ ਜਿਹੇ ਸ਼ਰਮਿੰਦੇ ਹੋ ਗਏ ਵੀ ਬਾਬਾ ਜੀ ਨੂੰ ਸੁਣ ਗਿਆ ਤੇ ਹੁਣ ਉਹ ਕਹਿੰਦੇ ਨਹੀਂ ਬਾਬਾ ਜੀ ਗਲਤੀ ਹੋ ਗਈ, ਕਲਯੁਗੀ ਜੀਵ ਆ, ਜੋ ਮੂੰਹ ਚ ਆਇਆ ਅਸੀਂ ਬੋਲੀ ਜਾਂਦੇ ਆ, ਸਾਨੂੰ ਮਾਫ ਕਰਨਾ। ਕਹਿੰਦੇ ਨਹੀਂ ਭਾਈ ਤੁਸੀਂ ਬਿਲਕੁਲ ਠੀਕ ਕਹਿ ਰਹੇ ਆ, ਇੰਨੇ ਪਿਆਰ ਨਾਲ ਆਏ, ਇੰਨੇ ਬੰਦੇ ਆਏ, ਸਾਨੂੰ ਜਾਣਾ ਚਾਹੀਦਾ ਸੀ। ਕਹਿੰਦੇ ਨਹੀਂ ਬਾਬਾ ਜੀ ਸਾਨੂੰ ਸ਼ਰਮਿੰਦਾ ਨਾ ਕਰੋ, ਅਸੀਂ ਅੱਗੇ ਸ਼ਰਮਿੰਦਾ ਹੋ ਰਹੇ ਆ। ਤੇ ਬਾਬਾ ਜੀ ਕਹਿੰਦੇ ਭਾਈ ਅਸੀਂ ਤਾਂ ਅੰਦਰ ਬੜੇ ਰਹਿੰਦੇ ਆ, ਬਾਹਰ ਨਹੀਂ ਜਾਂਦੇ। ਫਿਰ ਬਾਬਾ ਜੀ ਨੇ ਬਚਨ ਕੀਤਾ, ਦੇਖੋ ਕਿੰਨੀ ਨਿਮਰਤਾ। ਜਿਹੜੇ ਘਰ ਦੇ ਨਾਲ ਆਪਾਂ ਜੁੜੇ ਆ, ਜੇ ਇਸ ਘਰ ਦੇ ਜਿਹੜੇ ਬਾਨੀ ਨੇ ਧੰਨ ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਦਾ ਨਾਮ ਲੈਂਦਿਆਂ ਸਾਰੀ ਬਾਬਾ ਈਸਰ ਸਿੰਘ ਮਹਾਰਾਜ ਦਾ ਨਾਮ ਲੈਂਦਿਆਂ ਹੀ ਸਭ ਕੁਝ ਆਪੇ ਹੀ ਆ ਜਾਂਦਾ, ਕੁਛ ਕਰਨ ਦੀ ਲੋੜ ਨਹੀਂ। ਕਹਿੰਦੇ ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਕਹਿੰਦੇ ਸਾਰੇ ਜਪ ਤਪ ਚੰਗਿਆਈਆਂ ਸਾਰਾ ਕੁਝ ਆ ਜਾਂਦਾ। ਬਸ ਤੁਸੀਂ ਇੱਕ ਵਾਰੀ ਪਿਆਰ ਨਾਲ ਕਹਿ ਦਿਓ ਵੀ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ, ਧੰਨ ਬਾਬਾ ਈਸਰ ਸਿੰਘ ਜੀ, ਸਤਨਾਮ ਜੀ। ਤੇ ਇੰਨੀ ਇੱਕ ਵਾਰੀ ਕਹਿ ਦਿਓ। ਸੋ ਆਪਾਂ ਸਮਾਪਤੀ ਕਰਦੇ, ਇਸ਼ਾਰਾ ਵੀ ਹੋ ਗਿਆ। ਜਦੋਂ ਬਾਬਾ ਜੀ ਨੇ ਇਹ ਬਚਨ ਕੀਤਾ ਤੇ ਬਾਬਾ ਜੀ ਕਹਿੰਦੇ ਭਾਈ ਅਸੀਂ ਤਾਂ ਅੰਦਰ ਰਹਿੰਦੇ ਆ। ਕਹਿੰਦੇ ਜਿਹੜੇ ਕੁੱਤੇ ਦੇ ਕੰਨ ਵਿੱਚ ਕੀੜੇ ਪਏ ਹੋਣ ਨਾ, ਕਹਿੰਦੇ ਉਹ ਬਾਹਰ ਜਾਣ ਤੋਂ ਡਰਦਾ। ਇੰਨੀ ਨਿਮਰਤਾ ਦੇ ਬਚਨ ਸੁਣੇ, ਸਾਰੇ ਹੈਰਾਨ ਹੋ ਗਏ, ਸਾਰੇ ਰੋਣ ਲੱਗ ਗਏ, ਵਿਚਾਰੇ ਹੱਥ ਜੋੜ ਲਏ। ਕਹਿੰਦੇ ਸਾਡੇ ਨਾ ਕਹਿੰਦੇ ਪਾਪਾਂ ਰੂਪੀ ਕੀੜੇ ਪਏ ਹੋਏ ਆ। ਕਹਿੰਦੇ ਜਦੋਂ ਬਾਹਰ ਨਿਕਲਦੇ ਆ ਕਹਿੰਦੇ ਉਹ ਡੰਗ ਮਾਰਦੇ ਆ, ਸਾਨੂੰ ਸਤਾਉਂਦੇ ਆ, ਕਹਿੰਦੇ ਤਾਂ ਹੀ ਅੰਦਰ ਬੜੇ ਰਹਿੰਦੇ ਆ। ਫਿਰ ਸਾਰਿਆਂ ਨੇ ਗਲਤੀ ਮੰਨੀ। ਦੇਖੋ ਵੀ ਇੰਨੀ ਨਿਮਰਤਾ ਬਾਬਾ ਜੀ ਦੇ ਘਰ ਦੇ ਵਿੱਚੋਂ। ਇਹ ਚੀਜ਼ ਆਪਾਂ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਲੈ ਕੇ ਜਾਣੀ ਵੀ ਸੱਚੇ ਪਾਤਸ਼ਾਹ ਜਿੱਥੇ ਸਾਨੂੰ ਨਾਮ ਦੀ ਸੇਵਾ ਦੀ ਪਰ ਉਪਕਾਰ ਕਰਨ ਦੀਆਂ ਇਹ ਝੋਲੀਆਂ ਭਰਨੀਆਂ ਨੇ, ਸਾਡੇ ਤੇ ਇਹ ਵੀ ਕਿਰਪਾ ਕਰੋ, ਸਾਡੇ ਅੰਦਰ ਇੱਕ ਨਿਮਰਤਾ ਦੀ ਦਾਤ ਵੀ ਬਖਸ਼ੋ। ਉਹਦੇ ਨਾਲ ਇਹੀ ਅਰਦਾਸ ਕਰੋ, ਬਿਨਸੇ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਇਹਾ ਬਤਾਵੋ ਕਾਰੀ, ਜਿਤ ਹੋਮੈ ਗਰਭ ਨਿਵਾਰੀ। ਭੁੱਲਾਂ ਚੁੱਕਾਂ ਦੀ ਖਿਮਾ ਕਰੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।